ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ। ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ। ਮਾਤ ਪਿਤਾ ਸੁਤ ਨੇਹ ਕਨੇਰਾ, ਮਾਇਆ ਮੋਹ ਸਬਾਈ। ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ। ਰਾਮ ਨਾਮ ਬਿਨ ਮੁਕਤ ਨ ਹੋਈ, ਬੂਢੀ ਦੂਜੈ ਹੇਤ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਛੂਟਹਿਗਾ ਹਰ ਚੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਸ੍ਰੀ ਰਾਗ ਵਿੱਚ ਦੋ ਸ਼ਬਦ ਪਹਿਰੇ ਸਿਰਲੇਖ ਹੇਠ ਜੋ ਦਰਜ ਹਨ, ਉਹਦੇ ਵਿੱਚੋਂ ਇਹ ਦੂਸਰਾ ਸ਼ਬਦ ਹੈ, ਜਿਹਦੇ ਵਿੱਚ ਜ਼ਿੰਦਗੀ ਦੀ ਰਾਤ ਨੂੰ ਚਾਰ ਪਹਿਰਾਂ ਵਿੱਚ ਵੰਡ ਕੇ ਮਹਾਰਾਜ ਨੇ ਵਿਆਖਿਆ ਕੀਤੀ ਹੈ ਕਿ ਕਿਵੇਂ ਬੰਦੇ ਦਾ ਜੀਵਨ ਇੱਕ ਰਾਤ ਦੀ ਤਰ੍ਹਾਂ ਲੰਘ ਜਾਂਦਾ ਹੈ। ਇਹ ਸ਼ਬਦ ਦਾ ਪਹਿਲਾ ਬੰਦ ਹੈ ਜੋ ਦਾਸ ਨੇ ਆਪ ਜੀ ਦੇ ਸਾਹਮਣੇ ਪੜ੍ਹਿਆ, ਜਿਹਦੇ ਵਿੱਚ ਸਤਿਗੁਰਾਂ ਨੇ ਮਨੁੱਖ ਦੇ ਜਨਮ ਨੂੰ ਇੱਕ ਰਾਤ ਦੇ ਨਾਲ ਤੁਲਨਾ ਦਿੰਦਿਆਂ ਜ਼ਿੰਦਗੀ ਦੀ ਰਾਤ ਦਾ ਪਹਿਲਾ ਪਹਿਰ ਬਚਪਨ ਦੀ ਅਵਸਥਾ ਕਹਿ ਕੇ ਬਿਆਨ ਕੀਤਾ ਹੈ ਕਿ ਕਿਵੇਂ ਮਨੁੱਖ ਦਾ ਸੰਸਾਰ 'ਤੇ ਜਨਮ ਹੁੰਦਾ ਅਤੇ ਇਸ ਵਣਜਾਰੇ ਜੀਵ ਦਾ ਵਣਜ ਕਰਨ ਦਾ ਜੋ ਸਮਾਂ ਹੈ ਉਹ ਕਿਸ ਤਰ੍ਹਾਂ ਖਤਮ ਹੋ ਜਾਂਦਾ ਹੈ, ਹੋਰ ਮਾਇਆਵੀ ਧੰਦਿਆਂ ਵਿੱਚ ਲੰਘ ਜਾਂਦਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਪਹਿਲੇ ਪਹਿਰੇ ਰਹਿਣ ਕੈ। ਰਾਤ ਦੇ ਪਹਿਲੇ ਪਹਿਰ, ਹੇ ਵਣਜਾਰੇ ਮਿੱਤਰ, ਧਰਤੀ ਦੇ ਉੱਤੇ ਵਣਜ ਕਰਨ ਆਏ ਜੀਓ, ਪਿੰਡ ਦੀ ਰਾਸ ਲੈ ਕੇ ਆਏ ਹੋਏ ਵਣਜਾਰੇ ਮਿੱਤਰ। ਬਚਪਨ ਦੀ ਅਵਸਥਾ ਦੇ ਵਿੱਚ ਬੱਚਾ ਜੋ ਹੈ ਬਾਲ ਬੁੱਧ ਦਾ ਮਾਲਕ ਹੈ, ਬਾਲਕ ਬੁੱਧੀ ਹੈ ਉਹਦੀ, ਅਚੇਤ ਬੇਪਰਵਾਹ ਹੈ। ਉਹ ਖੀਰ ਪੀਐ ਖਿਲਾਈਐ, ਦੁੱਧ ਪੀਂਦਾ ਹੈ, ਖਿਡਾਇਆ ਜਾਂਦਾ ਹੈ। ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤਾ ਪਿਤਾ ਦਾ ਆਪਣੇ ਸੁੱਤ ਨਾਲ, ਪੁੱਤਰ ਨਾਲ ਬੜਾ ਹੇਤ, ਬੜਾ ਮੋਹ ਹੁੰਦਾ। ਮਾਤ ਪਿਤਾ ਸੁਤ ਨੇਹ ਕਨੇਰਾ, ਮਾਇਆ ਮੋਹ ਸਬਾਈ। ਮਾਤਾ ਪਿਤਾ ਦਾ ਪੁੱਤਰ ਨਾਲ ਬੜਾ ਪਿਆਰ ਹੈ, ਮੋਹ ਹੈ। ਸਾਰੀ ਸ੍ਰਿਸ਼ਟੀ ਨੂੰ ਹੀ, ਸਬਾਈ ਭਾਵ ਕੁੱਲ ਸ੍ਰਿਸ਼ਟੀ ਨੂੰ ਮਾਇਆ ਦਾ ਮੋਹ ਚਿੰਬੜਿਆ ਹੋਇਆ ਹੈ। ਸਾਰੀ ਹੀ ਸ੍ਰਿਸ਼ਟੀ ਜਿਹੜੀ ਹੈ ਉਹਦੇ ਵਿੱਚ ਮਾਇਆ ਦਾ ਮੋਹ ਵਿਆਪਕ ਹੈ। ਬੱਚੇ ਦਾ ਆਉਣਾ ਸੰਜੋਗਾਂ ਕਰਕੇ ਹੈ। ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ। ਕਿਰਤ ਦਾ ਮਤਲਬ ਹੁੰਦਾ ਕੀਤੇ ਹੋਏ ਕਰਮਾਂ ਦਾ ਜੋ ਅਸਰ ਹੈ। ਕਿਰਤ ਕਮਾਈ, ਕਿਰਤ ਕਮਾਇਆ। ਜੀਵ ਨੇ ਆਪਣੇ ਪਿਛਲੇ ਜਨਮਾਂ ਵਿੱਚ ਜੋ ਕਰਮਾਂ ਦਾ ਜੋ ਸੰਗ੍ਰਹਿ ਕਮਾਇਆ ਹੈ, ਉਹ ਜਿਹੜਾ ਉਹਦਾ ਕਮਾਇਆ ਹੋਇਆ ਕਿਰਤ ਹੈ, ਉਹਨਾਂ ਦੇ ਸੰਜੋਗ ਅਨੁਸਾਰ ਜੀਵ ਸੰਸਾਰ 'ਤੇ ਆਇਆ ਅਤੇ ਉਸੇ ਮੁਤਾਬਕ ਹੀ ਉਹਦਾ ਸੁਭਾਅ ਬਣਦਾ ਅਤੇ ਅਗਾਂਹ ਉਹਦੀ ਕਰਨੀ ਕਾਰ ਨਿਰਧਾਰਤ ਹੁੰਦੀ ਹੈ। ਇਹ ਮਨੁੱਖਾ ਜਨਮ ਜਿਹੜਾ ਹੈ ਇੱਕ ਮੌਕਾ ਹੈ ਪਰਮਾਤਮਾ ਦੇ ਨਾਮ ਨੂੰ ਸਿਮਰਨ ਦਾ, ਧਿਆਉਣ ਦਾ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਗੁਰੂ ਪਾਤਸ਼ਾਹ ਨੇ ਅਖੀਰਲੀਆਂ ਤੁਕਾਂ 'ਚ ਕਿਹਾ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜੈ ਹੇਤ। ਦੂਜੈ ਭਾਵ ਪਰਮਾਤਮਾ ਦੇ ਨਾਮ ਤੋਂ ਬਿਨਾਂ, ਦੂਜੇ ਭਾਵ ਮਾਇਆ ਦੇ ਹੇਤ ਵਿੱਚ, ਮੋਹ ਵਿੱਚ ਮਨੁੱਖਤਾ ਡੁੱਬ ਰਹੀ ਹੈ। ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜੈ ਹੇਤ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੂਟਹਿਗਾ ਹਰ ਚੇਤ। ਕਹੋ ਨਾਨਕ, ਹੇ ਨਾਨਕ ਆਖ ਕਿ ਇਹ ਜੀਵ ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਿਰ ਵਿੱਚ ਤੂੰ ਬਚਪਨ ਵਿੱਚ ਬੜਾ ਬੇਪਰਵਾਹ ਹੈ। ਪਰਮਾਤਮਾ ਦਾ ਸਿਮਰਨ ਕਰ। ਸਿਮਰਨ ਦੀ ਸਹਾਇਤਾ ਨਾਲ ਹੀ ਤੂੰ ਮਾਇਆ ਦੇ ਮੋਹ ਵਿੱਚ ਫਸਣ ਤੋਂ ਬਚੇਂਗਾ। ਗੁਰੂ ਨਾਨਕ ਪਾਤਸ਼ਾਹ ਨੇ ਬੰਦੇ ਦੇ ਜੀਵਨ ਨੂੰ ਇੱਕ ਵਣਜ ਵਪਾਰ ਨਾਲ ਤੁਲਨਾ ਦਿੰਦਿਆਂ ਦੱਸਿਆ ਕਿ ਇਹਦੇ ਕੋਲ ਜੀਓ ਪਿੰਡ ਦੀ ਰਾਸ ਹੈ, ਇੱਕ ਤਨ ਹੈ, ਇੱਕ ਮਨ ਹੈ। ਇਸ ਰਾਸ ਪੂੰਜੀ ਨੂੰ ਵਰਤ ਕੇ ਬੰਦੇ ਨੇ ਲਾਹਾ ਖੱਟਣਾ ਹੈ ਨਾਮ ਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਨਾਨਕ ਨਾਮ ਲਾਹਾ ਪ੍ਰਵਾਨ। ਉਹ ਲਾਹਾ, ਉਹ ਪ੍ਰੋਫਿਟ
ਉਹ ਨਫਾ, ਉਹ ਖੱਟੀ ਖੱਟਣ ਤੋਂ ਪਹਿਲਾਂ ਮਨੁੱਖ ਨੂੰ ਇੰਨਾ ਕੁ ਜ਼ਰੂਰ ਸੁਚੇਤ ਹੋਣਾ ਚਾਹੀਦਾ ਕਿ ਘੱਟੋ ਘੱਟ ਮੇਰੀ ਰਾਸ ਨਾ ਖਤਮ ਹੋਵੇ, ਮੈਂ ਰਾਸ ਨੂੰ ਬਚਾ ਕੇ ਰੱਖਾਂ। ਤਨ ਔਰ ਮਨ ਨੇਕ ਵਿਚਾਰਾਂ ਨਾਲ ਭਰਪੂਰ ਹੋਵੇ, ਤਨ ਤੰਦਰੁਸਤ ਹੋਵੇ। ਇਹ ਜੀਓ ਪਿੰਡ ਦੀ ਰਾਸ ਨੂੰ ਬੰਦਾ ਸਲਾਮਤ ਰੱਖੇ ਤੇ ਸੱਚ ਦਾ ਵਣਜ ਵਪਾਰ ਕਰੇ। ਇਹ ਵਣਜਾਰੇ ਮਿੱਤਰ ਦੀ ਇਹੀ ਡਿਊਟੀ ਹੈ। ਵਣਜਾਰੇ ਮਿੱਤਰ ਦੀ ਜ਼ਿੰਦਗੀ ਇੱਕ ਰਾਤ ਦੇ 4 ਪਹਿਰਾਂ ਵਾਂਗ ਲੰਘ ਜਾਂਦੀ ਆ। ਪਹਿਲਾ ਪਹਿਰ ਬਚਪਨ ਦਾ ਗੁਰੂ ਜੀ ਨੇ ਪਹਿਲੇ ਬੰਦ ਵਿੱਚ ਦਰਸਾਇਆ। ਇੱਕ ਵਾਰੀ ਫਿਰ ਪੜ੍ਹੀਏ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨੇਹ ਕਨੇਰਾ, ਮਾਇਆ ਮੂਹ ਸਬਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੂਢੀ ਦੂਜੈ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਛੂਟਹਿਗਾ ਹਰ ਚੇਤ। ਜ਼ਿੰਦਗੀ ਦੀ ਰਾਤ ਦਾ ਦੂਜਾ ਪਹਿਰ। ਬਚਪਨ ਲੰਘ ਗਿਆ, ਜਵਾਨੀ ਆ ਗਈ। ਜਵਾਨੀ ਆਈ ਤਾਂ ਫਿਰ ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ। ਕਾਮ ਨੇ, ਕ੍ਰੋਧ ਨੇ, ਲੋਭ ਮੋਹ ਹੰਕਾਰ ਨੇ ਆਪਣਾ ਜਿਹੜਾ ਅਸਲੀ ਰੂਪ ਬੰਦੇ ਨੂੰ ਵਿਖਾਇਆ। ਮਨੁੱਖ ਵਿਕਾਰਾਂ ਦੇ ਵਿੱਚ ਗ੍ਰਸਤ ਹੋ ਗਿਆ। ਜਿਹੜੀ ਮੱਤ ਹੈ ਉਹ ਮਸਤ ਹਾਥੀ ਵਰਗੀ, ਸ਼ਰਾਬ ਦੇ ਨਸ਼ੇ ਵਰਗੀ ਹੋ ਗਈ। ਮਹਾਰਾਜ ਲਿਖਦੇ ਹਨ, ਦੂਜੈ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਜ਼ਿੰਦਗੀ ਦੀ ਰਾਤ ਦੇ ਦੂਜੇ ਪਹਿਰ ਵਿੱਚ ਹੀ ਵਣਜਾਰੇ ਮਿੱਤਰ, ਭਰ ਜੋਬਨ ਮੈਂ ਮੱਤ, ਭਰ ਜਵਾਨੀ ਦੇ ਕਾਰਨ ਜਿਹੜੀ ਮੱਤ ਹੈ ਉਹ ਫਿਰ ਪੂਰੇ ਹੰਕਾਰ ਵਿੱਚ ਹੈ, ਨਸ਼ੇ ਵਿੱਚ ਹੈ। ਅਹਨਿਸ ਕਾਮ ਵਿਆਪਿਆ, ਬੰਦਾ ਦਿਨ ਰਾਤ ਕਾਮ ਵਾਸ਼ਨਾ ਦੇ ਵਿੱਚ ਫਸਿਆ ਰਹਿੰਦਾ। ਕਾਮ ਵਾਸ਼ਨਾ ਤੋਂ ਬਿਨਾਂ ਹੋਰ ਕੁਝ ਚਿੱਤ ਵਿੱਚ ਨਹੀਂ ਆਉਂਦਾ। ਮਨੁੱਖ ਆਪਣੇ ਸੰਸਾਰ ਦੇ ਸਾਰੇ ਹੀ ਧਨ ਦੌਲਤ, ਜਵਾਨੀ, ਰੁਤਬੇ ਆਦਿ ਨੂੰ ਕਾਮ ਵਾਸ਼ਨਾ ਦੀ ਪੂਰਤੀ ਲਈ ਵਰਤਣ ਵਾਸਤੇ ਯਤਨਸ਼ੀਲ ਰਹਿੰਦਾ। ਉਹਦਾ ਧਨ, ਉਹਦਾ ਜੋਬਨ, ਉਹਦਾ ਰੁਤਬਾ, ਹਰ ਗੱਲ ਉਸ ਨੂੰ ਵੱਧ ਤੋਂ ਵੱਧ ਕਾਮ ਵਾਸ਼ਨਾ ਦੇ ਸੁੱਖ ਨੂੰ ਭੋਗਣ ਵਾਸਤੇ, ਵਰਤਣ ਦੇ ਲਈ ਉਹਦਾ ਮਨ ਜਿਹੜਾ ਹੈ ਉਹ ਕਾਹਲਾ ਹੁੰਦਾ। ਬੇਅੰਤ ਧਨ ਇਸ ਵਾਸਤੇ, ਬੇਅੰਤ ਜੋਬਨ, ਬੇਅੰਤ ਰੁਤਬੇ ਦੀ ਤਾਕਤ, ਫੌਜਾਂ, ਲਸ਼ਕਰ, ਇਸੇ ਵਾਸਤੇ ਕਿ ਮੈਂ ਵੱਧ ਤੋਂ ਵੱਧ ਸੰਸਾਰ ਦੇ ਅੰਦਰ ਕਾਮ ਵਾਸ਼ਨਾ ਦੇ ਸੁੱਖ ਨੂੰ ਭੋਗ ਲਵਾਂ। ਰਾਜਿਆਂ ਮਹਾਰਾਜਿਆਂ ਦੇ ਇੱਕ ਦੇਸ਼ ਤੋਂ ਦੂਜੇ ਦੇਸ਼ਾਂ 'ਤੇ ਹਮਲਿਆਂ ਦਾ ਕਾਰਨ ਇਹੀ ਰਿਹਾ। ਗੁਰੂ ਸਾਹਿਬ ਜੀ ਨੇ ਲਿਖਿਆ, ਧਨ ਜੋਬਨ ਦੋਇ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਮੁਗਲਾਂ ਦੇ, ਪਠਾਣਾਂ ਦੇ, ਹੋਰ ਬੇਅੰਤ ਹਾਕਮਾਂ ਦੇ ਹਰਮਾਂ ਦੇ ਵਿੱਚ ਉਹਨਾਂ ਦੀਆਂ ਰਾਣੀਆਂ, ਗੋਲੀਆਂ ਦੇ ਰਖੇਲਾਂ ਦੀ ਗਿਣਤੀ ਜਿਹੜੀ ਸੀ ਉਹ ਸਮਝ ਤੋਂ ਪਰੇ ਸੀ। ਕਿੰਨੇ ਕਿੰਨੇ ਰਾਜੇ ਮਹਾਰਾਜੇ ਹੋਏ ਜਿਹੜੇ ਸੁੰਦਰ ਇਸਤਰੀਆਂ ਦੀ ਭਾਲ ਵਿੱਚ ਪੂਰੀ ਦੁਨੀਆ ਦੇ ਲੋਕਾਂ ਨੂੰ ਦੁਖੀ ਕਰਦੇ, ਹਮਲੇ ਕਰਦੇ, ਕਤਲੋ ਗਾਰਤ ਕਰਦੇ, ਪੂਰੇ ਦੇ ਪੂਰੇ ਮੁਲਕਾਂ ਨੂੰ ਤਬਾਹ ਕਰਦੇ ਰਹੇ। ਧੰਨ ਗੁਰੂ ਅਮਰਦਾਸ ਜੀ ਨੇ ਅਜਿਹੇ ਮਨੁੱਖਾਂ ਵਾਸਤੇ ਲਿਖਿਆ, ਜੇ ਲੱਖ ਇਸਤਰੀਆਂ ਭੋਗ ਕਰੈ, ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ, ਮਰ ਵਿਸ਼ਟਾ ਮਾਹੇ ਸਮਾਹੇ। ਬੰਦਾ ਇੱਕ ਗੰਦਗੀ ਦੇ ਕੀੜੇ ਸਮਾਨ ਹੈ ਜਿਹੜਾ ਸਿਰਫ ਭੋਗਾਂ ਵਿੱਚੋਂ ਹੀ ਸੁੱਖ ਚਾਹੁੰਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਇਸ ਤਰ੍ਹਾਂ ਬੰਦੇ ਦਾ ਜੋ ਜੀਵਨ ਹੈ ਸੁੱਖ ਦਾ ਸੋਮਾ ਨਹੀਂ ਬਣਦਾ, ਸਗੋਂ ਹੋਰ ਜ਼ਿਆਦਾ ਨਰਕ ਬਣ ਜਾਂਦਾ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਇਹ ਤਾਂ ਨਰਕ ਦਾ ਦੁਆਰਾ ਹੈ ਜੇਕਰ ਮਨੁੱਖ ਕੇਵਲ ਤੇ ਕੇਵਲ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਹੀ ਸੰਸਾਰ ਦੇ ਵਿੱਚ ਜੀਵਨ ਜੀ ਰਿਹਾ। ਗੁਰੂ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਬੰਦੇ ਨੂੰ ਸੁਚੇਤ ਕੀਤਾ ਹੈ, ਹੇ ਭਾਈ, ਜੇ 100 ਵਰਿਆਂ ਮਿੱਠਾ ਖਾਜੈ, ਪੀ ਫਿਰ ਕੌੜਾ ਖਾਏ,
ਮਿੱਠਾ ਖਾਧਾ ਚਿੱਤ ਨਾ ਆਵੇ, ਕੌੜ ਅਤਣ ਤਾਹੇ ਜਾਏ। 100 ਸਾਲ ਵੀ ਮਿੱਠਾ ਖਾਧਾ ਹੋਵੇ ਤਾਂ ਕੌੜਾ ਕੋਈ ਵੀ ਪਦਾਰਥ ਮੂੰਹ ਵਿੱਚ ਆਏਗਾ ਤੇ 100 ਸਾਲ ਦੇ ਮਿੱਠੇ ਨੇ ਉਸ ਕੁੜੱਤਣ ਨੂੰ ਵਧਾਉਣਾ ਹੈ, ਘਟਾਉਣਾ ਨਹੀਂ। ਜੇ 100 ਵਰਿਆਂ ਮਿੱਠਾ ਖਾਜੈ ਭੀ ਫਿਰ ਕੌੜਾ ਖਾਏ। ਮਿੱਠਾ ਖਾਧਾ ਚਿੱਤ ਨਾ ਆਵੇ, ਕੌੜ ਅਤਣ ਤਾਏ ਜਾਏ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁਤੇ ਭੋਗ। ਗੱਲ ਇਹ ਹੈ ਕਿ ਇਨਸਾਨ ਜਿੰਨਾ ਭੋਗਾਂ ਦੇ ਵਿੱਚ ਪਵੇਗਾ ਓਨਾ ਜ਼ਿਆਦਾ ਖੁਆਰ ਹੋਏਗਾ। ਜਿੰਨੇ ਜ਼ਿਆਦਾ ਉਹ ਵਾਸ਼ਨਾ ਦੇ ਸੁੱਖਾਂ ਨੂੰ ਮਾਣੇਗਾ ਓਨਾ ਹੀ ਜ਼ਿਆਦਾ ਅੰਤ ਵੇਲੇ ਉਹ ਦੁਖੀ ਹੋਏਗਾ। ਧਰਤੀ 'ਤੇ ਬੈਠਾ ਬੰਦਾ ਨਹੀਂ ਡਿੱਗਦਾ, ਜਿਹੜਾ ਜਿੰਨਾ ਜ਼ਿਆਦਾ ਉੱਚਾ ਹੈ ਓਨਾ ਬੁਰੀ ਤਰ੍ਹਾਂ ਡਿੱਗਦਾ। ਗੁਰੂ ਸਾਹਿਬ ਕਹਿੰਦੇ ਉੱਚਾ ਚੜ੍ਹੈ ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ। ਇਸ ਲਈ ਪਹਿਲਾਂ ਹੀ ਬੰਦੇ ਨੂੰ ਆਪਣੇ ਆਮ ਸਧਾਰਨ ਸਹਿਜ ਜੀਵਨ ਵਿੱਚ ਰਹਿਣਾ ਚਾਹੀਦਾ। ਪਰ ਜਦੋਂ ਬੰਦੇ ਕੋਲ ਧਨ ਔਰ ਜਵਾਨੀ ਹੁੰਦੀ ਹੈ ਫਿਰ ਉਹ ਪਾਪ ਉਹਦੇ ਮਨ ਵਿੱਚ ਆਪਣੇ ਆਪ ਉਪਜਦਾ। ਮਹਾਰਾਜ ਲਿਖਦੇ ਹਨ, ਮੱਤ ਮਾਰੀ ਜਾਂਦੀ ਹੈ, ਸ਼ਰਾਬ ਵਿੱਚ ਮਸਤ ਹਾਥੀ ਵਰਗੀ ਮੱਤ ਹੋ ਜਾਂਦੀ, ਹੰਕਾਰ ਵਾਲੀ ਮੱਤ ਹੋ ਜਾਂਦੀ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਭਰ ਜੋਬਨ ਮੈਂ ਮੱਤ। ਐਹਨਿਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਧਲੇ ਨਾਮ ਨਚਿਤ। ਦਿਨ ਰਾਤ ਕਾਮ ਦੇ ਵਿੱਚ ਵਿਆਪਿਆ ਹੈ। ਹੇ ਵਣਜਾਰੇ ਮਿੱਤਰ, ਇਹ ਜੀਵ ਐਸਾ ਅੰਨਾ ਹੋ ਜਾਂਦਾ ਹੈ ਵੀ ਅੰਨੇ ਨੂੰ ਨਾਮ ਚਿੱਤ ਵਿੱਚ ਹੀ ਨਹੀਂ ਆਉਂਦਾ। ਰਾਮ ਨਾਮ ਘਟ ਅੰਤਰ, ਨਾਹੀ ਹੋਰ ਜਾਣੈ ਰਸ ਕਸ ਮੀਠੇ। ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਨਹੀਂ ਹੁੰਦਾ ਤੇ ਹੋਰ ਰਸ ਕਸ ਬੜੇ ਮਿੱਠੇ ਕਰਕੇ ਜਾਣਦਾ। ਗਿਆਨ ਧਿਆਨ ਗੁਣ ਸੰਜਮ, ਨਾਹੀ ਜਨਮ ਮਰੋਗੇ ਝੂਠੇ। ਗਿਆਨ ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਜਾਣ ਪਛਾਣ ਨਹੀਂ ਬਣੀ। ਧਿਆਨ ਪ੍ਰਭੂ ਚਰਨਾਂ ਵਿੱਚ ਸੁਰਤ ਨਹੀਂ ਜੁੜੀ। ਗੁਣ ਪਰਉਪਕਾਰ ਨੇਕੀ ਭਲਾਈ ਉਹ ਜੀਵਨ 'ਚ ਨਹੀਂ ਆਈ। ਸੰਜਮ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਰੋਕਣ ਦਾ ਕੋਈ ਉਦਮ ਨਹੀਂ ਕੀਤਾ। ਜਨਮ ਮਰੋਗੇ ਝੂਠੇ, ਹੈ ਝੂਠੇ ਇਨਸਾਨ, ਝੂਠੇ ਮੋਹ ਵਿੱਚ ਫਸੇ ਹੋਏ ਮਨੁੱਖ। ਜਨਮ ਮਰੋਗੇ, ਤੂੰ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਏਗਾ। ਤੀਰਥ ਵਰਤ ਸੋਚ ਸੰਜਮ, ਨਾਹੀ ਕਰਮ ਧਰਮ ਨਹੀਂ ਪੂਜਾ। ਨਾ ਤਾਂ ਤੇਰੇ ਤੀਰਥ ਕੰਮ ਆਉਣੇ, ਨਾ ਵਰਤ ਤੇ ਨਾ ਸੋਚ ਰੱਖੀ ਤੇ ਨਾ ਸੰਜਮ, ਤੇ ਨਾ ਹੀ ਕਰਮ ਧਰਮ ਤੇ ਨਾ ਪੂਜਾ। ਨਿਸਤਾਰਾ ਕਿਵੇਂ ਹੋਏਗਾ? ਨਿਸਤਾਰਾ ਹੋਏਗਾ ਪ੍ਰੇਮਾ ਭਗਤੀ ਨਾਲ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਹੇ ਨਾਨਕ, ਪ੍ਰੇਮਾ ਭਗਤੀ ਨਾਲ ਨਿਸਤਾਰਾ ਹੋਵੇਗਾ, ਦੁਬਦਾ 'ਚ ਪਏ ਰਹੇ ਤੇ ਦੂਜਾ ਭਾਵ ਮਾਇਆ ਦਾ ਮੋਹ ਵਿਆਪਦਾ ਰਹੇਗਾ। ਦੂਜੇ ਤੋਂ, ਦੁਆਏ ਤੋਂ, ਮਾਇਆ ਦੇ ਮੋਹ ਤੋਂ ਜੇ ਬਚਣਾ ਤਾਂ ਦੁਬਦਾ ਤੋਂ ਬਚੋ। ਤੀਰਥ ਵਰਤ ਸੋਚ ਸੰਜਮ ਛੱਡ ਕੇ ਪ੍ਰੇਮਾ ਭਗਤੀ ਕਰੋ। ਤੀਰਥ ਵਰਤ ਸੋਚ ਸੰਜਮ, ਨਾਹੀ ਕਰਮ ਧਰਮ ਨਹੀਂ ਪੂਜਾ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਜਵਾਨੀ ਲੰਘੀ, ਅਧਖੜ ਉਮਰ ਦਾ ਆਉਣਾ ਸ਼ੁਰੂ ਹੋਇਆ, ਚਿੱਟੇ ਵਾਲ ਆਉਣੇ ਸ਼ੁਰੂ ਹੋ ਗਏ, ਕਾਲੇ ਵਾਲ ਜਾਣੇ ਸ਼ੁਰੂ ਹੋ ਗਏ। ਮਹਾਰਾਜ ਨੇ ਲਿਖਿਆ, ਇੱਥੋਂ ਹੁਣ ਮੋੜ ਪਿਆ। ਜ਼ਿੰਦਗੀ ਦੀ ਰਾਤ ਦਾ ਤੀਜਾ ਪਹਿਰ ਇਸ ਵਣਜਾਰੇ ਦਾ ਹੋਣ ਲੱਗਾ। ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਸਰ ਹੰਸੇ ਉਲਥੜੇ ਆਏ। ਜ਼ਿੰਦਗੀ ਦੀ ਰਾਤ ਦੇ ਤੀਜੇ ਪਹਿਰ ਵਿੱਚ ਹੀ ਵਣਜਾਰੇ ਮਿੱਤਰ, ਇਸ ਸਰੀਰ ਸਰਵਰ ਦੇ ਉੱਤੇ ਚਿੱਟੇ ਹੰਸ ਲੱਥਣੇ ਸ਼ੁਰੂ ਹੋਏ, ਆ ਗਏ, ਭਾਵ ਚਿੱਟੇ ਵਾਲ ਆਉਣ ਲੱਗ ਗਏ, ਕਾਲੇ ਚਲੇ ਗਏ। ਭੰਵਰ ਗਏ ਬੱਗ ਬੈਠੇ ਆਏ। ਭੌਰੇ ਚਲੇ ਗਏ ਕਾਲੇ ਕਾਲੇ ਤੇ ਚਿੱਟੇ ਬਗਲੇ ਬਹਿ ਗਏ ਆ ਕੇ। ਇੱਥੇ ਹੰਸ ਆਖਿਆ, ਇਹ ਸਰੋਵਰ ਆ ਸਰੀਰ ਤੇ ਹੰਸ ਆ ਗਏ, ਭਾਵ ਚਿੱਟਾ ਚਿੱਟਾ ਹੋ ਗਿਆ ਸਾਰਾ ਸਰੀਰ। ਦਾੜੀ ਦੇ ਵਾਲ ਚਿੱਟੇ, ਸਿਰ ਦੇ ਵਾਲ ਚਿੱਟੇ ਹੋ ਗਏ। ਬੰਦਾ ਕਈ ਵਾਰੀ ਪੋਚਾ ਜਿਹਾ ਪਾਉਂਦਾ, ਉਹ ਬਾਹਰੋਂ ਬਾਜ਼ਾਰੋਂ ਇੱਕ ਪੈਕਟ ਜਿਹਾ ਲਿਆ ਕੇ ਘੋਲ ਕੇ ਮੂੰਹ 'ਤੇ ਮਲ ਲੈਂਦਾ ਕਾਲਖ, ਅਤੇ ਉਹਦੇ ਨਾਲ ਉਹ ਭੁਲੇਖਾ ਜਿਹਾ ਆਪਣੇ ਆਪ ਨੂੰ ਤਸੱਲੀ ਜਿਹੀ ਦੇ ਲੈਂਦਾ ਵੀ ਹੁਣ ਚਿੱਟੇ ਵਾਲ ਚਲ ਗਏ ਆ ਅਤੇ ਕਾਲੇ ਆ ਗਏ ਆ। ਪਰ ਉਹ ਕਾਲੇ ਵਾਲ ਨਹੀਂ ਆਏ ਹੁੰਦੇ, ਉਹ ਰੰਗ ਵਾਲਾ ਪੈਕਟ ਹੀ ਆਇਆ ਹੁੰਦਾ। ਉਹ ਥੋੜ੍ਹੇ ਚਿਰ ਬਾਅਦ ਲੱਥ ਵੀ ਜਾਂਦਾ, ਉਹ ਕਿਤੋਂ ਚਿੱਟੇ ਕਿਤੋਂ ਕਾਲੇ, ਕਈ ਵਾਰ ਥੱਲਿਓਂ ਮੂੰਹ ਵੀ ਕਾਲਾ ਕਾਲਾ ਦਿਖਦਾ। ਗੁਰੂ ਜੀ ਨਾਨਕ ਸਾਹਿਬ ਜੀ ਨੇ 5ਵੀਂ ਪੌੜੀ ਆਸਾ ਦੀ ਵਾਰ 'ਚ ਆਖਿਆ, ਭਾਈ ਬੁਢੇਪੇ ਨੂੰ ਐਂ ਨਹੀਂ ਤੁਸੀਂ ਲੁਕਾ ਸਕਦੇ। ਉੱਥੇ ਸ਼ਬਦ ਲਿਖਿਆ ਹੈ, ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ ਹੈ। ਜੇ ਬੰਦਾ ਜਰਵਾਣੇ ਭਾਵ ਬੁਢੇਪੇ ਨੂੰ ਪਰਾਂ ਕਰੇ, ਲੁਕਾਵੇ,
ਤਾਂ ਉਹ ਤਾਂ ਵੇਸ ਬਦਲ ਕੇ ਆ ਜਾਂਦਾ। ਦਾੜੇ ਨੂੰ ਤਾਂ ਬੰਦਾ ਰੰਗ ਕਰ ਲੂਗਾ, ਗੋਡਿਆਂ 'ਤੇ ਕਿਹੜਾ ਰੰਗ ਕਰੂਗਾ ਜੇ ਉਹ ਦੁਖਣ ਲੱਗ ਗਏ। ਦੰਦਾਂ ਦਾੜਾਂ ਦਾ ਕੀ ਕਰਾਂਗੇ, ਗਲੇ ਦੀ ਆਵਾਜ਼ ਬਦਲ ਗਈ ਅਤੇ ਗਲੇ 'ਚ ਕਿਹੜਾ ਪੇਂਟ ਮਾਰਾਂਗੇ, ਕੁਛ ਨਹੀਂ ਹੋਣਾ। ਇਸ ਕਰਕੇ ਜਿਹੜੇ ਆ ਗਏ ਉਹ ਆ ਗਏ, ਆਉਣੇ ਨੇ। ਸਗੋਂ ਬੰਦੇ ਦੇ ਚਿਹਰੇ ਦਾ ਨੂਰ ਘਟਦਾ ਹੈ ਜਦੋਂ ਉਹ ਕੋਈ ਵੀ ਨਕਲੀ ਰੰਗ ਆਦਿ ਵਰਤਦਾ। ਚਿਹਰੇ ਦਾ ਪ੍ਰਭਾਵ ਕੁਦਰਤੀ ਰੰਗ 'ਚ ਜ਼ਿਆਦਾ ਹੁੰਦਾ, ਚਾਹੇ ਉਹ ਚਿੱਟਾ ਹੀ ਹੋਵੇ। ਚਿੱਟਾ ਵੀ ਰੰਗ ਸੋਹਣਾ ਲੱਗਦਾ। ਨਕਲੀ ਜੋ ਹੈ ਉਹ ਨਕਲ ਹੀ ਹੁੰਦੀ ਹੈ। ਨਕਲੀ ਨੋਟ ਹੱਥ 'ਚ ਫੜ ਕੇ ਵੇਖੋ, ਅਸਲੀ ਦੇ ਨਾਲ ਉਹ ਕਦੀ ਉਹੋ ਜਿਹਾ ਉਹਦਾ ਪ੍ਰਭਾਵ ਨਹੀਂ ਹੁੰਦਾ। ਬੱਚਿਆਂ ਦੇ ਹੱਥਾਂ 'ਚ ਕੂਪਨ ਹੁੰਦੇ ਨੇ, ਨਕਲੀ ਨੋਟ ਬਣੇ ਹੁੰਦੇ ਨੇ ਖੇਡਣ ਵਾਸਤੇ। ਉਹਨਾਂ ਨੂੰ ਫੜ ਕੇ ਵੇਖੋ, ਜਿਸ ਤਰ੍ਹਾਂ ਉਹ ਦੇਖਿਆ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਇਹ ਨਕਲੀ ਹੈ। ਇਸ ਤਰ੍ਹਾਂ ਮਨੁੱਖ ਦੇ ਚਿਹਰੇ ਦਾ ਪ੍ਰਭਾਵ ਵੀ ਨਕਲੀ ਰੰਗਾਂ ਨਾਲ ਪਤਾ ਲੱਗ ਜਾਂਦਾ ਹੈ ਵੀ ਇਹ ਅਸਲੀ ਰੰਗ ਵਾਲਾਂ ਦਾ ਕੁਦਰਤੀ ਨਹੀਂ ਹੈ, ਔਰ ਸਗੋਂ ਉਹ ਜ਼ਿਆਦਾ ਬੁਰਾ ਲੱਗਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲ ਹੀ ਮੁਕਾਤੀ, ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈ ਹੈ। ਇਹ ਤਾਂ ਵੇਸ ਬਦਲ ਕੇ ਆਊਗਾ ਬੁਢੇਪਾ, ਜਿਹਨੇ ਆਉਣਾ ਉਹਨੇ ਆਉਣਾ ਹੀ ਆ, ਉਹ ਨਹੀਂ ਰੁਕਦਾ, ਜੋ ਮਰਜ਼ੀ ਕਰੀ ਜਾਓ। ਪਾਤਸ਼ਾਹ ਜੀ ਕਹਿੰਦੇ ਨੇ, ਆਣ ਉਤਰੇ ਸਰੋਵਰ ਤੇ ਹੰਸ। ਹੁਣ ਚਿੱਟਾ ਚਿੱਟਾ ਸਾਰਾ ਸਰੋਵਰ ਦਿਖਦਾ ਹੈ, ਭਾਵ ਬੁਢੇਪਾ ਆਉਣਾ ਸ਼ੁਰੂ ਹੋ ਗਿਆ। ਤੀਜੈ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ, ਸਰ ਹੰਸੇ ਉਲਥੜੇ ਆਏ। ਜੋਬਨ ਘਟੈ ਜਰੂਆ ਜਿਣੈ ਵਣਜਾਰਿਆ ਮਿੱਤਰਾ, ਆਵ ਘਟੈ ਦਿਨ ਜਾਏ। ਜੋਬਨ ਘਟੈ, ਜਵਾਨੀ ਘਟਦੀ ਹੈ, ਜਰੂਆ ਜਿਣੈ ਬੁਢੇਪਾ ਜਿੱਤਦਾ ਜਾਂਦਾ। ਵਣਜਾਰਿਆ ਮਿੱਤਰਾ, ਹੇ ਵਣਜ ਕਰਨ ਆਏ ਜੀਵ, ਆਵ ਘਟੈ ਦਿਨ ਜਾਏ। ਉਮਰ ਘਟਦੀ ਆ, ਦਿਨ ਜਿਉਂ ਜਾਂਦਾ। ਇੱਕ ਦਿਨ ਡੁੱਬਦਾ, ਉਮਰ ਘਟ ਜਾਂਦੀ, ਇੱਕ ਫੇਰ ਦਿਨ ਚਲਾ ਜਾਂਦਾ, ਫਿਰ ਘਟਦੀ। ਰੋਜ਼ ਰੋਜ਼ ਜਿਵੇਂ ਜਿਵੇਂ ਇੱਕ ਦਿਨ ਲੰਘਦਾ, ਉਵੇਂ ਉਵੇਂ ਸਾਡੀ ਉਮਰ ਇੱਕ ਇੱਕ ਦਿਨ ਕਰਕੇ ਘਟਦੀ। ਅੰਤ ਕਾਲ ਪਛਤਾਸੀ ਅੰਦੁਲੇ, ਜਾਂ ਜਮ ਪਕੜ ਚਲਾਇਆ। ਅੰਤ ਵੇਲੇ ਪਛਤਾਵੇਂਗਾ ਹੈ ਅੰਨੇ ਬੰਦੇ, ਜਦੋਂ ਜਮਾਂ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ। ਫਿਰ ਮੌਤ ਜਦੋਂ ਤੈਨੂੰ ਅੱਗੇ ਲਾ ਕੇ ਤੁਰ ਪਈ, ਫਿਰ ਤੂੰ ਪਛਤਾਉਣਾ। ਅੰਤ ਕਾਲ ਪਛਤਾਸੀ ਅੰਦੁਲੇ, ਜਾਂ ਜਮ ਪਕੜ ਚਲਾਇਆ। ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਪਿਆ ਪਰਾਇਆ। ਸਾਰਾ ਕੁਝ, ਘਰ ਦਾ ਸਾਜੋ ਸਮਾਨ, ਜ਼ਮੀਨ ਜਾਇਦਾਦ, ਰੁਤਬੇ ਆਪਣੇ ਕਰ ਕਰਕੇ ਰੱਖੇ। ਇੱਕ ਸਕਿੰਟ 'ਚ ਸਾਰਾ ਕੁਝ ਪਰਾਇਆ ਹੋ ਜਾਣਾ। ਬੈਂਕਾਂ 'ਚ ਪਿਆ ਪਿਆ ਹੀ ਬੈਲੈਂਸ ਜਿੰਨਾ ਵੀ ਹੈਗਾ ਉਹ ਸਾਰਾ ਨੋਮੀਨੀ ਜੋ ਵੀ ਹੈਗਾ ਉੱਥੇ ਟਰਾਂਸਫਰ ਹੋ ਜਾਣਾ। ਜਿਹਦਾ ਕੋਈ ਨਾਂ ਹੋਇਆ ਉਹ ਸਰਕਾਰ ਦੇ ਖਾਤੇ ਪੈ ਜਾਣਾ। ਮੁੱਕਦੀ ਗੱਲ ਇਹ ਕਿ ਬੰਦੇ ਦੇ ਸਾਹ ਮੁੱਕੇ ਤੇ ਸਾਰਾ ਕੁਝ ਹੀ ਮੁੱਕ ਗਿਆ। ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਪਿਆ ਪਰਾਇਆ। ਇੱਕ ਖਿਨ 'ਚ ਹੀ ਸਾਰਾ ਕੁਝ ਬੇਗਾਨਾ ਹੋ ਜਾਂਦਾ। ਜਿਹੜੇ ਘਰ 'ਚ ਬੰਦੇ ਨੇ ਇੱਕ ਇੱਕ ਇੱਟ ਆਪਣੇ ਹੱਥ ਨਾਲ ਲਾਈ ਹੁੰਦੀ ਆ, ਉੱਥੋਂ ਫਿਰ ਕਹਿੰਦੇ ਨੇ ਵੀ ਚਲੋ ਹੁਣ ਤੁਰੋ। ਘੰਟਾ ਅੱਧਾ ਘੰਟਾ ਵੀ ਡੀਕਣਾ ਹੋਵੇ ਤੇ ਬਾਕੀ ਸਾਰੇ ਰੌਲਾ ਪਾ ਲੈਂਦੇ ਨੇ ਵੀ ਉੱਥੇ ਸਿੱਧਾ ਹੀ ਸ਼ਮਸ਼ਾਨ 'ਚ ਹੀ ਬੁਲਾ ਲਓ ਜਿਹਨੂੰ ਬੁਲਾਉਣਾ, ਭਾਈ ਇੱਥੇ ਟਾਈਮ ਨਹੀਂ, ਹੁਣ ਤੁਰੋ। ਕਾਢੋ ਕਾਢੋ ਹੋਈ, ਸੱਚਮੁੱਚ ਇੱਦਾਂ ਵਾਪਰਦਾ। ਬੰਦਾ ਜਿੰਨੀਆਂ ਮੋਹ ਮਾਇਆ ਦੀਆਂ ਤੰਦਾਂ ਪਾ ਕੇ ਰੱਖਦਾ, ਉਹ ਸਾਰੀਆਂ ਇੱਕਦਮ ਟੁੱਟਦੀਆਂ। ਮਹਾਰਾਜ ਨੇ ਅਗਲੇ ਸ਼ਬਦ 'ਚ ਨਾੜ ਦੀ ਉਦਾਹਰਨ ਦਿੱਤੀ, ਜਿਵੇਂ ਕਣਕ ਦਾ ਨਾੜ ਹੁੰਦਾ ਕੜਕ ਕਰਕੇ ਟੁੱਟਦਾ। ਸੱਚੇ ਪਾਤਸ਼ਾਹ ਨੇ ਅਗਲੇ ਬੰਦ 'ਚ ਇਸੇ ਸ਼ਬਦ ਵਿੱਚ ਅੱਗੇ ਉਹ ਵੀ ਲਿਖਿਆ, ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਪਿਆ ਪਰਾਇਆ। ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛਤਾਏ। ਬੁੱਧ ਵਿਸਰਜੀ, ਮੱਤ ਹੀ ਮਾਰੀ ਗਈ। ਸਿੱਧਾ ਐਂ ਕਹੀਏ ਕਿ ਬੰਦੇ ਦੀ ਮੱਤ ਖਤਮ ਹੋ ਜਾਂਦੀ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ। ਮੱਤ ਵੱਜਣ ਦਾ ਮਤਲਬ ਹੁੰਦਾ ਇਨਸਾਨ ਜਿਹੜਾ ਹੈ ਯਤਨ ਤਾਂ ਕਰਦਾ ਰਿਹਾ ਪਰ ਉਹ ਕਿਤੇ ਹੋਰ ਹੀ ਕਰਦਾ ਰਿਹਾ, ਨਿਰਾਰਥਕ। ਕੋਈ ਬੰਦਾ ਘਰੋਂ ਬਾਜ਼ਾਰ ਸਮਾਨ ਲੈਣ ਜਾਵੇ, ਉੱਥੇ ਕੋਈ ਮਦਾਰੀ ਦਾ ਤਮਾਸ਼ਾ ਲੱਗਾ ਹੋਵੇ, ਤਮਾਸ਼ਾ ਵੇਖਦਿਆਂ ਵੇਖਦਿਆਂ ਇੰਨਾ ਮਸਤ ਹੋ ਜਾਵੇ ਵੀ ਉਹਨੂੰ ਭੁੱਲ ਹੀ ਜਾਵੇ ਵੀ ਮੈਂ ਕੀ ਲੈਣ ਆਇਆ। ਅਤੇ ਜਦੋਂ ਮਦਾਰੀ ਨੇ ਤਮਾਸ਼ਾ ਬੰਦ ਕੀਤਾ, ਉਦੋਂ ਵੇਖਿਆ ਵੀ ਦੁਕਾਨਾਂ ਤਾਂ ਸਾਰੀਆਂ ਬੰਦ ਹੋ ਗਈਆਂ, ਹੁਣ ਕੀ ਲੈਣਾ। ਤਾਂ ਫਿਰ ਉਹ ਬੰਦਾ ਪਛਤਾਉਂਦਾ ਵੀ ਕੀ ਬਣਿਆ ਮੇਰੇ ਨਾਲ। ਬੰਦੇ ਨਾਲ ਵੀ ਇੱਦਾਂ ਹੀ ਹੁੰਦਾ। ਸੰਸਾਰ 'ਤੇ ਆਉਂਦਾ ਹੈ ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤੋ ਸਮਾਂ ਹੀ ਮੁੱਕ ਜਾਂਦਾ। ਮਾਇਆ ਦੀ ਖੇਡ ਵਿੱਚ ਸਾਰੀ ਜ਼ਿੰਦਗੀ ਲੰਘ ਜਾਂਦੀ ਅਤੇ ਜਿੰਨੇ ਕੁ ਚਿਰ ਨੂੰ ਸੁਰਤ ਆਉਂਦੀ ਓਨੇ ਕੁ ਚਿਰ ਨੂੰ ਖਰੀਦਣ ਜੋਗਾ ਸਮਾਂ ਨਹੀਂ ਬਚਦਾ, ਜਾਂ ਕਹਿ ਲਓ ਪੂੰਜੀ ਖਤਮ ਹੋ ਜਾਂਦੀ। ਮਹਾਰਾਜ ਕਹਿੰਦੇ ਬੁੱਧ ਵਿਸਰਜੀ ਗਈ ਸਿਆਣਪ, ਮੱਤ ਮਾਰੀ ਗਈ, ਸਿਆਣਪ ਖੂਹ 'ਚ ਪੈ ਗਈ। ਕਰ ਅਵਗਣ ਪਛਤਾਏ। ਬੰਦਾ
ਔਗਣ ਕਰ ਕਰਕੇ ਪਛਤਾਉਂਦਾ ਹੈ, ਉਮਰ ਵਿਹਾ ਕੇ ਪਛਤਾਉਂਦਾ ਹੈ। ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਪ੍ਰਭ ਚੇਤੋ ਲਿਵ ਲਾਏ। ਆਸ ਦੀ ਡੋਰੀ ਗੁਰੂ ਸਾਹਿਬ ਨੇ ਫੇਰ ਵੀ ਨਹੀਂ ਟੁੱਟਣ ਦਿੱਤੀ। ਕਹਿੰਦੇ ਪ੍ਰਾਣੀ ਤੀਜੇ ਪਹਿਰ ਵਿੱਚ ਪ੍ਰਭੂ ਨੂੰ ਚੇਤੇ ਕਰੋ, ਲਿਵ ਲਾ ਕੇ, ਧਿਆਨ ਜੋੜ ਕੇ ਵਾਹਿਗੁਰੂ ਅਕਾਲ ਪੁਰਖ ਨੂੰ, ਪਰਮੇਸ਼ਰ ਨੂੰ ਚੇਤੇ ਕਰੋ। ਤੁਹਾਡੀ ਗਈ ਹੋਈ ਪੂੰਜੀ ਮੋੜ ਕੇ ਲਿਆ ਸਕਦਾ ਉਹ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਇੱਥੋਂ ਵੀ ਜਿਹੜਾ ਨਾ ਸੰਭਲਿਆ ਫਿਰ ਉਹ ਪੂਰਨ ਵਡੇਪੇ 'ਚ ਪਹੁੰਚ ਜਾਂਦਾ। ਪੂਰਨ ਵਡੇਪਾ ਉਹ ਆ ਜਿੱਥੇ ਫਿਰ ਹੱਡ ਪੈਰ ਸਭ ਕੰਮ ਕਰਨੇ ਬੰਦ ਕਰ ਦਿੰਦੇ ਨੇ, ਬਹੁਤ ਕਮਜ਼ੋਰ ਹੋ ਜਾਂਦਾ। ਸੱਚੇ ਪਾਤਸ਼ਾਹ ਨੇ ਲਿਖਿਆ, ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਜ਼ਿੰਦਗੀ ਦੀ ਰਾਤ ਮੁੱਕਣ ਲੱਗੀ, ਚੌਥਾ ਪਹਿਰ ਆ ਗਿਆ, ਦਿਨ ਚੜ੍ਹਨ ਵਾਲਾ। ਤੇ ਕੀ ਹੈ ਇਹ ਵਣਜਾਰੇ ਮਿੱਤਰ? ਹੋਇਆ ਕਿ ਬਿਰਧ ਭਇਆ ਤਨ ਖੀਣ, ਬੁੱਢਾ ਹੋ ਗਿਆ, ਤਨ ਕਮਜ਼ੋਰ ਹੋ ਗਿਆ। ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਬਿਰਧ ਭਇਆ ਤਨ ਖੀਣ। ਖੀਣ ਕਮਜ਼ੋਰ, ਲਿੱਸਾ। ਅੱਖੀ ਅੰਧ ਨਾ ਦੀਸਈ ਵਣਜਾਰਿਆ ਮਿੱਤਰਾ, ਕੰਨੀ ਸੁਣੈ ਨ ਵੈਣ। ਅੱਖਾਂ ਤੋਂ ਅੰਨਾ ਦਿਸਦਾ ਕੋਈ ਨਹੀਂ ਇਹ ਵਣਜਾਰੇ ਮਿੱਤਰ, ਕੰਨਾਂ ਤੋਂ ਸੁਣਦੇ ਨਹੀਂ। ਵੈਣ ਭਾਵ ਬੋਲ, ਕੋਈ ਬੋਲਦਾ ਹੈ ਤੇ ਨਹੀਂ ਕੰਨਾਂ ਤੋਂ ਸੁਣਦਾ, ਪਤਾ ਨਹੀਂ ਲੱਗਦਾ ਕੀ ਆਂਦੇ ਆ। ਇਸ ਤਰ੍ਹਾਂ ਅੱਖਾਂ ਤੋਂ ਦਿਖਦਾ ਨਹੀਂ, ਝੋਲਾ ਪੈਂਦਾ ਹੈ, ਹੋਰ ਦੀਆਂ ਹੋਰ ਸ਼ਕਲਾਂ ਦਿਸੀ ਜਾਂਦੀਆਂ। ਅੱਖੀ ਅੰਧ ਜੀਵ ਰਸ ਨਾਹੀ ਰਹੇ, ਪਰਾਕੋ ਤਾਣਾ। ਗੁਣ ਅੰਤਰ ਨਾਹੀ ਕਿਉ ਸੁਖ ਪਾਵੇ, ਮਨ ਮੁਖ ਆਵਣ ਜਾਣਾ। ਅੱਖਾਂ ਤੋਂ ਅੰਨਾ ਹੋ ਜਾਂਦਾ ਹੈ, ਜ਼ੁਬਾਨ ਵਿੱਚ ਰਸ ਨਹੀਂ ਰਹਿੰਦਾ, ਸਾਰਾ ਪਰਾਕੰਮ ਹੈ, ਭਾਵ ਬਲ ਤਾਕਤ ਉਦਮ ਖਤਮ ਹੋ ਜਾਂਦੇ, ਤਾਣ ਤਾਕਤ ਖਤਮ ਹੋ ਜਾਂਦੇ। ਗੁਣ ਅੰਦਰ ਕੋਈ ਨਹੀਂ, ਵਾਹਿਗੁਰੂ ਦੇ ਗੁਣਾਂ ਨੂੰ ਹਿਰਦੇ 'ਚ ਵਸਾਇਆ ਨਹੀਂ, ਉਹਦੇ ਗੁਣ ਆਪ ਧਾਰਨ ਨਹੀਂ ਕੀਤੇ, ਗੁਣਾਂ ਵਾਲਾ ਪਰਉਪਕਾਰ ਵਾਲਾ ਜੀਵਨ ਧਾਰਨ ਨਹੀਂ ਕੀਤਾ, ਤੇ ਸੁੱਖ ਕਿਵੇਂ ਆਵੇ? ਕਿਉਂ ਸੁਖ ਪਾਵੇ, ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ, ਮਨ ਮੁਖ ਆਵਣ ਜਾਣਾ। ਮਨ ਮੁਖ, ਜਿਹਦਾ ਮੁੱਖ ਹੀ ਮਨ ਵੱਲ ਸੀ, ਜਿਹੜਾ ਗੱਲਾਂ ਹੀ ਸਾਰੀਆਂ ਮਨ ਦੀਆਂ, ਮਨ ਨੂੰ ਪੁੱਛ ਕੇ ਤੁਰਦਾ ਸੀ, ਤੇ ਮਨ ਖਲੋਂਦਾ ਨਹੀਂ। ਮਨ ਦਾ ਆਉਣਾ ਜਾਣਾ ਬਣਿਆ ਰਹਿੰਦਾ, ਤੇ ਜਿਹੜਾ ਮਨ ਦੇ ਮਗਰ ਲੱਗਦਾ ਉਹ ਕਿੱਥੋਂ ਟਿਕ ਸਕਦਾ? ਇਸ ਕਰਕੇ ਮਨਮੁਖ ਹੋਣ ਕਰਕੇ, ਮਨ ਦੇ ਮੁਰੀਦ ਹੋਣ ਕਰਕੇ ਆਉਣਾ ਤੇ ਜਾਣਾ, ਜੰਮਣ ਦਾ ਮਰਨ ਦਾ ਗੇੜਾ, ਭਟਕਣ ਦਾ ਜਿਹੜਾ, ਉਹ ਇਹੀ ਪ੍ਰਾਪਤ ਹੁੰਦਾ ਬੰਦੇ ਨੂੰ, ਹੋਰ ਕੁਛ ਨਹੀਂ ਲੱਭਦਾ। ਮਨ ਨਹੀਂ ਖਲੋਂਦਾ ਤੇ ਜਿਹੜਾ ਮਨ ਦੀ ਸੁਣੇਗਾ ਉਹ ਕਿਵੇਂ ਖਲੋ ਸਕਦਾ? ਮਨ ਦੇ ਮਗਰ ਲੱਗਣ ਵਾਲਾ ਬੰਦਾ ਮਨ ਵਾਂਗ ਹੀ ਭਟਕਦਾ ਰਹਿੰਦਾ, ਕਦੀ ਇੱਧਰ ਕਦੀ ਉੱਧਰ, ਕਦੀ ਅੱਗੇ ਕਦੀ ਪਿੱਛੇ, ਕਦੀ ਵਰਤਮਾਨ ਕਦੀ ਭੂਤਕਾਲ ਕਦੀ ਭਵਿੱਖ ਕਾਲ। ਉਹ ਹਰ ਵੇਲੇ ਭਟਕਦਾ ਡੋਲਦਾ। ਗੁਰੂ ਸਾਹਿਬ ਕਹਿੰਦੇ, ਮਾਇਆ ਡੋਲੇ ਬਹੁ ਬਦੀ, ਮਨ ਲਿਪਟਿਓ ਤਿਹ ਸੰਗ। ਮੰਗਣ ਤੇ ਜੇ ਤੁਮ ਰੱਖੋ, ਸੋ ਨਾਨਕ ਨਾਮ ਹੈ ਰੰਗ। ਮਾਇਆ ਡੋਲ ਰਹੀ ਹੈ ਤੇ ਮਨ ਡੋਲਦਾ। ਜੇ ਮਨ ਡੋਲਦਾ ਤੇ ਫਿਰ ਅਸੀਂ ਕਿਵੇਂ ਟਿਕਾਅ ਪ੍ਰਾਪਤ ਕਰ ਸਕਾਂਗੇ? ਜੇ ਮਨ ਦੀ ਸੁਣਾਂਗੇ। ਗੁਰੂ ਜੀ ਕਹਿੰਦੇ ਹਨ, ਅਖੀਰ ਤੇ ਕੀ ਹੁੰਦਾ? ਜਿਵੇਂ ਕਣਕ ਦਾ ਨਾੜ, ਕਣਕ ਪੱਕੀ ਹੋਵੇ ਤੇ ਉਹਦੀ ਜਿਹੜੀ ਨਾੜ ਹੈ, ਨਾੜ ਭਾਵ ਜਿਹੜੀ ਟਾਹਣੀ ਹੈ, ਜਿਹੜਾ ਜਿਹਦੇ ਉੱਪਰ ਉਹ ਬੱਲੀ ਲੱਗੀ ਹੋਈ, ਸਿੱਟਾ ਲੱਗਾ ਹੋਇਆ, ਉਹਨੂੰ ਤੁਸੀਂ ਤੋੜ ਕੇ ਵੇਖੋ ਕਿਵੇਂ ਕੜਕ ਕਰਕੇ ਟੁੱਟਦੀ ਹੈ। ਖੜ ਪੱਕੀ ਕੁੜ ਭੱਜੈ ਬਿਨਸੈ। ਪੱਕੀ ਹੋਈ ਫਸਲ ਦਾ ਨਾੜ ਕੜਕ ਕਰਕੇ ਟੁੱਟਦਾ ਹੈ, ਕੁੜ ਕਰਕੇ ਟੁੱਟਦਾ ਹੈ, ਤੇ ਬੰਦਾ ਵੀ ਫਿਰ ਐਂ ਇੱਕ ਦਿਨ ਟੁੱਟ ਜਾਂਦਾ, ਮੁੱਕ ਜਾਂਦਾ। ਖੜ ਪੱਕੀ ਕੁੜ ਭੱਜੈ ਬਿਨਸੈ, ਆਏ ਚੱਲੇ ਕਿਆ ਮਾਣ। ਆਇਆ ਚਲਾ ਗਿਆ ਤੇ ਕਾਹਦਾ ਮਾਣ? ਕਿਸ ਗੱਲ ਤੇ ਬੰਦਾ ਮਾਣ ਕਰੇ? ਖੜ ਪੱਕੀ ਕੁੜ ਭੱਜੈ ਬਿਨਸੈ, ਆਏ ਚੱਲੇ ਕਿਆ ਮਾਣ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ, ਗੁਰਮੁਖ ਸ਼ਬਦ ਪਛਾਣ। ਹੇ ਨਾਨਕ, ਆਖ ਕੇ ਪ੍ਰਾਣੀ, ਜ਼ਿੰਦਗੀ ਦੀ ਰਾਤ ਦਾ ਚੌਥਾ ਪਹਿਰ ਆ ਗਿਆ, ਤੂੰ ਬਹੁਤ ਜ਼ਿਆਦਾ ਬਜ਼ੁਰਗ ਹੋ ਗਿਆ, ਹੁਣ ਹੀ ਗੁਰੂ ਦੇ ਸ਼ਬਦ ਨੂੰ ਪਛਾਣ, ਗੁਰਮੁਖ ਸ਼ਬਦ ਪਛਾਣ। ਗੁਰੂ ਦੇ ਸ਼ਬਦ ਰਾਹੀਂ ਵਾਹਿਗੁਰੂ ਨਾਲ ਸਾਂਝ ਪਾ, ਸ਼ਬਦ ਵੱਲ ਮੁੜ। ਅਜੇ ਵੀ ਵਾਹਿਗੁਰੂ ਕੰਨਾਂ 'ਚ ਤੇਰੇ ਪੈ ਜਾਵੇ, ਅਜੇ ਵੀ ਜੇ ਤੂੰ ਉਸ ਮਾਲਕ ਨੂੰ ਪੁਕਾਰ ਕਰੇ ਤੇ ਤੇਰੀ ਉਹ ਸੁਣ ਸਕਦਾ। ਇਸ ਵਡੇਪੇ ਵਾਲੀ ਅਵਸਥਾ ਦੇ ਵਿੱਚ
ਮਨੁੱਖ ਰਹਿੰਦਾ ਹੈ ਅਤੇ ਇੱਕ ਸਮਾਂ ਆਉਂਦਾ, ਇਹ ਜਿਹੜਾ ਆਖਰੀ ਮੌਕਾ ਹੁੰਦਾ ਉਹ ਵੀ ਬੰਦੇ ਦੇ ਹੱਥ ਨਹੀਂ ਰਹਿੰਦਾ। ਉਹ ਪਲ, ਉਹ ਛਿਨ, ਉਹ ਸਕਿੰਟ ਆ ਜਾਂਦਾ ਹੈ ਜਦੋਂ ਬੰਦੇ ਨੇ ਮੁੱਕਣਾ ਹੈ। ਸਾਹ ਦਾ ਅੰਤ ਆ ਗਿਆ, ਸਾਹਾਂ ਦਾ ਓੜਕ ਆ ਗਿਆ। ਓੜ ਕੇ ਆਇਆ ਤਿੰਨ ਸਾਹਿਆਂ, ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ। ਕੰਨ ਮਤਲਬ ਕੰਧਾ, ਮੋਢਾ। ਜਰ ਜਰਵਾਣਾ, ਜਰ ਵਡੇਪਾ, ਜਰਵਾਣਾ ਜ਼ਾਲਮ। ਜ਼ਾਲਮ ਵਡੇਪਾ ਮੋਢਿਆਂ 'ਤੇ ਚੜ੍ਹ ਜਾਂਦਾ, ਦੱਬ ਲੈਂਦਾ ਬੰਦੇ ਨੂੰ। ਸਾਹਾਂ ਦਾ ਅੰਤ ਆ ਗਿਆ, ਵਡੇਪਾ ਮੋਢਿਆਂ 'ਤੇ ਚੜ੍ਹ ਗਿਆ, ਦੱਬ ਲਿਆ ਬੰਦਾ, ਹੁਣ ਉੱਠਣ ਜੋਗਾ ਨਹੀਂ। ਓੜ ਕੇ ਆਇਆ ਤਿੰਨ ਸਾਹਿਆਂ, ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ। ਇਕ ਰਤੀ ਗੁਣ ਨ ਸਮਾਣਿਆ, ਵਣਜਾਰਿਆ ਮਿੱਤਰਾ ਅਵਗਣ ਖੜਸਨ ਬੰਨ। ਇੱਕ ਰਤਾ ਭਰ ਵੀ ਗੁਣ ਨਹੀਂ ਜੇ ਸਮਾਏ ਬੰਦੇ ਅੰਦਰ, ਟਿਕੇ ਨਹੀਂ, ਅਤੇ ਉਹਦੇ ਔਗਣ ਹੀ ਔਗਣ ਰਹਿ ਗਏ, ਅਤੇ ਔਗਣ ਜਿਹੜੇ ਉਹਨੂੰ ਬੰਨ੍ਹ ਕੇ ਲੈ ਤੁਰਦੇ ਨੇ। ਔਗਣ ਖੜਸਨ ਬੰਨ, ਖੜਨਾ ਲਿਜਾਣਾ। ਮਾਲਵੇ ਦੇ ਵਿੱਚ ਖੜਨਾ ਹੁੰਦਾ ਖਲੋਣਾ, ਪਰ ਮਾਝੇ ਦੇ ਵਿੱਚ ਖੜਨਾ ਹੁੰਦਾ ਲੈ ਕੇ ਜਾਣਾ। ਇਹ ਬੋਲੀ ਦਾ ਫਰਕ ਹੈ। ਅਵਗਣ ਖੜਸਨ ਬੰਨ, ਔਗਣ ਜਿਹੜੇ ਆ ਬੰਦੇ ਨੂੰ ਬੰਨ੍ਹ ਕੇ ਲਿਜਾਣਗੇ, ਔਗਣ ਹੀ ਬੰਦੇ ਨੂੰ ਲੈ ਕੇ ਜਾਣਗੇ। ਰੱਬ ਕਿਸੇ ਦਾ ਵੈਰੀ ਨਹੀਂ, ਬੰਦੇ ਦੇ ਔਗਣ ਉਹਦੇ ਵੈਰੀ ਹੁੰਦੇ ਹਨ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹੀ ਸੰਗਲ ਨੇ, ਇਹਨਾਂ ਤੋਂ ਮੁਕਤੀ ਨੂੰ ਹੀ ਮੁਕਤੀ ਕਹਿੰਦੇ ਆ। ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਗੁਣ ਚਾਹੀਦੇ ਸੀ। ਗੁਣ ਸੰਜਮ ਜਾਵੇ ਚੋਟ ਨਾ ਖਾਵੇ, ਨਾ ਤਿਸ ਜੰਮਣ ਮਰਣਾ। ਜਿਹੜਾ ਜੀਵ ਇੱਥੋਂ ਗੁਣਾਂ ਦੇ ਸੰਜਮ ਦੀ ਸਹਾਇਤਾ ਨਾਲ ਜਾਂਦਾ, ਗੁਣਾਂ ਦੇ ਮਾਰਗ 'ਤੇ ਤੁਰਦਾ ਹੈ, ਉਹ ਚੋਟਾਂ ਨਹੀਂ ਖਾਂਦਾ, ਉਹਨੂੰ ਵਿਕਾਰਾਂ ਦੀਆਂ ਠੋਕਰਾਂ ਨਹੀਂ ਲੱਗਦੀਆਂ, ਉਹਨੂੰ ਜਮਾਂ ਦੀ ਮਾਰ ਨਹੀਂ ਪੈਂਦੀ, ਉਹਨੂੰ ਜੰਮਣ ਮਰਨ ਦਾ ਗੇੜ ਨਹੀਂ ਆਉਂਦਾ। ਨਾ ਤਿਸ ਜੰਮਣ ਮਰਣਾ, ਕਾਲ ਜਾਲ ਜਮ ਜੋ ਨ ਸਾਕੈ, ਪਾਏ ਭਗਤ ਪੈ ਤਰਣਾ। ਕਾਲ ਉਹਨੂੰ ਪੋ ਨਹੀਂ ਸਕਦਾ, ਕਾਲ ਦਾ ਜਾਲ, ਮੌਤ ਦਾ ਜਾਲ ਉਹਨੂੰ ਫਸਾ ਨਹੀਂ ਸਕਦਾ। ਜਮ ਉਹਦੇ ਵੱਲ ਤੱਕ ਨਹੀਂ ਸਕਦਾ, ਜਮ ਜੋ ਨ ਸਾਕੈ। ਪਾਏ ਭਗਤ, ਪ੍ਰੇਮਾ ਭਗਤੀ ਨਾਲ, ਭੈ ਤਰਣਾ, ਇਸ ਭੈ ਦੇ ਡਰ ਦੇ ਸਮੁੰਦਰ ਨੂੰ ਉਹ ਤਰ ਜਾਂਦਾ, ਇੱਜ਼ਤ ਨਾਲ ਜਾਂਦਾ ਇੱਥੋਂ। ਪਤ ਸੇਤੀ ਜਾਵੇ ਸਹਿਜ ਸਮਾਵੈ, ਪਤ ਸੇਤੀ ਇੱਜ਼ਤ ਨਾਲ, ਪਤ ਸੇਤੀ ਜਾਵੇ ਸਹਿਜ ਸਮਾਵੈ, ਉਹ ਸਹਿਜ ਅਡੋਲ ਅਵਸਥਾ ਵਿੱਚ ਸਮਾਉਂਦਾ ਹੈ। ਸਗਲੇ ਦੁੱਖ ਮਿਟਾਵੈ, ਉਹ ਆਪਣੇ ਸਾਰੇ ਦੁੱਖ ਮਿਟਾ ਲੈਂਦਾ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੈ। ਹੇ ਨਾਨਕ ਆਖ, ਪ੍ਰਾਣੀ ਗੁਰੂ ਵੱਲ ਮੁਖ ਕਰਕੇ, ਗੁਰਮੁਖ ਹੋ ਕੇ ਛੁਟਕਾਰਾ ਪ੍ਰਾਪਤ ਕਰ ਲੈਂਦਾ ਹੈ। ਸੱਚੇ ਮਾਲਕ ਦੇ ਸਿਮਰਨ ਨਾਲ ਜੁੜ ਕੇ ਉਹ ਪੱਤ ਪਾਉਂਦਾ, ਇੱਜ਼ਤ ਪ੍ਰਾਪਤ ਕਰਦਾ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਪੱਤ ਲੈਣੀ ਹੈ, ਇੱਜ਼ਤ ਪ੍ਰਾਪਤ ਕਰਨੀ ਹੈ, ਤਾਂ ਫਿਰ ਗੁਰੂ ਦੇ ਦੱਸੇ ਮਾਰਗ 'ਤੇ ਤੁਰਨਾ ਚਾਹੀਦਾ ਹੈ। ਸਾਰੇ ਸ਼ਬਦ ਦਾ ਸਮੁੱਚਾ ਭਾਵ, ਬੰਦਾ ਵਣਜਾਰਾ ਹੈ, ਵਪਾਰੀ ਹੈ, ਇਹ ਵਣਜ ਕਰਨ ਆਇਆ। ਇਹਦੇ ਕੋਲ ਜਿੰਨਾ ਸਮਾਂ ਜ਼ਿੰਦਗੀ ਦਾ, ਉਹ ਇੱਕ ਰਾਤ ਵਾਂਗੂ ਲੰਘ ਜਾਂਦਾ। ਇਹਦੇ ਕੋਲ ਜੀਓ ਪਿੰਡ ਦੀ ਰਾਸ ਹੈ। ਤਨ ਔਰ ਮਨ ਦੋ ਚੀਜ਼ਾਂ ਰੱਬ ਨੇ ਦਿੱਤੀਆਂ ਨੇ। ਇਸ ਰਾਸ ਨੂੰ ਵਰਤਦੇ ਹੋਏ ਬੰਦੇ ਨੇ ਨਾਮ ਰੂਪੀ ਲਾਹਾ ਪ੍ਰਾਪਤ ਕਰਨਾ, ਉਹ ਕਰਦਾ ਨਹੀਂ, ਹੋਰ ਧੰਦਿਆਂ 'ਚ ਪੈ ਜਾਂਦਾ ਹੈ। ਬਚਪਨ ਬੇਪਰਵਾਹੀ ਵਿੱਚ ਲੰਘਿਆ, ਜਵਾਨੀ ਜਿਹੜੀ ਹੈ ਵਿਸ਼ਿਆਂ ਵਿਕਾਰਾਂ, ਜੋਬਨ ਧਨ ਵਾਸ਼ਨਾਵਾਂ ਦੇ ਭੋਗਾਂ 'ਚ ਲੰਘ ਗਈ। ਬੁਢੇਪਾ ਜਿਹੜਾ ਹੈ ਉਹ ਚਿੰਤਾ ਦੇ ਵਿੱਚ, ਔਗਣਾਂ ਦੇ ਵਿੱਚ ਲੰਘ ਗਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅਖੀਰ ਬੰਦਾ ਸਾਹਾਂ ਦਾ ਓੜਕ ਆ ਜਾਂਦਾ ਹੈ। ਓੜਕ ਆਇਆ ਤਿੰਨ ਸਾਹਿਆਂ, ਅਤੇ ਜ਼ਿੰਦਗੀ ਮੁੱਕ ਜਾਂਦੀ। ਅਤੇ ਬੰਦਾ ਕੋਈ ਬਹੁਤਾ ਜ਼ਿਆਦਾ ਮਜ਼ਬੂਤ ਨਹੀਂ ਆ। ਪੱਕੀ ਹੋਈ ਕਣਕ ਨੂੰ ਜੇ ਕੋਈ ਤੋੜ ਕੇ ਵੇਖੇ ਤਾਂ ਬੜੇ ਆਰਾਮ ਨਾਲ ਕੜਕ ਕਰਕੇ ਉਹ ਟਾਹਣੀ ਟੁੱਟ ਜਾਂਦੀ। ਖੜ ਪੱਕੀ ਕੁੜ ਭੱਜੈ ਬਿਨਸੈ, ਆਏ ਚੱਲੇ ਕਿਆ ਮਾਣ। ਬੰਦਾ ਵੀ ਐਂ ਆਉਂਦਾ ਅਤੇ ਐਂ ਮੁੱਕ ਜਾਂਦਾ, ਕਾਹਦਾ ਮਾਣ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਨਾਲ ਜੁੜਨ ਦੀ, ਨਾਮ ਨਾਲ ਜੁੜਨ ਦੀ, ਸੰਗਤ ਨਾਲ ਜੁੜਨ ਦੀ ਗੱਲ ਕੀਤੀ ਹੈ। ਗੁਣ ਧਾਰਨ ਕਰਨ ਦੀ ਗੱਲ ਵਾਰ-ਵਾਰ ਇਸ ਸ਼ਬਦ 'ਚ ਆਈ। ਹਰ ਇੱਕ ਸ਼ਬਦ 'ਚ ਗੁਣਾਂ ਦੀ ਗੱਲ ਆਈ। ਗੁਣ ਸੰਜਮ ਜਾਵੇ ਜਾਂ ਗੁਣ ਅੰਤਰ ਨਾਹੀਂ, ਬਹੁਤ ਵਾਰੀ ਗੁਰੂ ਸਾਹਿਬ ਜੀ ਨੇ ਗੁਣਾਂ ਦੀ ਗੱਲ ਕੀਤੀ ਹੈ। ਗੁਣਾਂ ਨੂੰ ਧਾਰਨ ਕਰੀਏ, ਗੁਣਾਂ ਨੂੰ ਧਾਰਨ ਕੀਤੇ ਬਗੈਰ ਗੱਲ ਨਹੀਂ ਜੇ ਬਣਨੀ। ਗੁਰੂ ਪਾਤਸ਼ਾਹ ਮਿਹਰਾਮਤ ਕਰਨ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਭੁੱਲਾਂ ਚੁੱਕਾਂ ਦੀ ਮਾਫੀ।
ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।